ਡੀਅਰ ਸਟੂਡੈਂਟਸ, ਆਪਾਂ ਪੜ੍ਹ ਰਹੇ ਹਾਂ ਐਟੋਮਿਕ ਸਟਰਕਚਰ ਐਂਡ ਸ਼ੈਲ ਕਨਫਿਗਰੇਸ਼ਨ ਆਫ ਇਲੈਕਟ੍ਰॉन्स। ਆਈ ਹੋਪ ਕਿ ਤੁਹਾਨੂੰ ਹੁਣ ਤੱਕ ਇਹ ਦੋਨੋਂ ਚੀਜ਼ਾਂ ਬੜੀਆਂ ਕਲੀਅਰ ਹੋ ਗਈਆਂ ਹੋਣਗੀਆਂ ਤੇ ਐਟੋਮਿਕ ਸਟਰਕਚਰ ਕਿਵੇਂ ਬਣਾਉਂਦੇ हैं बेस्ड ऑन द ਸ਼ੈਲ ਕਨਫਿਗਰੇਸ਼ਨ ਆਫ ਇਲੈਕਟ੍ਰॉन्स ਔਰ ਇਲੈਕਟ੍ਰੋਨਿਕ ਕਨਫਿਗਰੇਸ਼ਨ, ਉਹ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਹੋਏਗਾ। ਇੱਕ ਵਾਰ ਆਪਾਂ ਥੋੜਾ ਰੀਕੈਪ ਦੇਖ ਲੈਂਦੇ ਇਹਨੂੰ। ਓਕੇ, ਸੋ ਆਪਾਂ ਹੁਣ ਤੱਕ ਇਹ ਪੜ੍ਹ ਚੁੱਕੇ ਹਾਂ ਕਿ ਇਹ ਮੇਨ ਸ਼ੈਲਸ ਹੁੰਦੇ हैं KLMNOPQ। ਇਹਨਾਂ ਦੇ ਨੰਬਰਸ 1 ਤੋਂ ਲੈ ਕੇ 7 ਤੱਕ। K ਸ਼ੈਲ ਮਿਲ ਕੇ ਬਣਦਾ ਹੈ ਇੱਕ ਸਬ ਸ਼ੈਲ ਯਾਨੀ 1s ਨੂੰ, L ਮਿਲ ਕੇ ਬਣਦਾ ਹੈ 2 ਯਾਨੀ 2s ਤੇ 2p ਨੂੰ, M ਮਿਲ ਕੇ ਬਣਦਾ ਹੈ 3 3s 3p ਤੇ 3d ਨੂੰ, N ਮਿਲ ਕੇ ਬਣਦਾ ਹੈ 4 ਸਬ ਸ਼ੈਲ ਨੂੰ, 5O ਜਿਹੜਾ ਹੈ ਮਿਲ ਕੇ ਬਣਦਾ ਹੈ 4 ਨੂੰ। ਹੁਣ ਇਹ 5 ਨੂੰ ਮਿਲ ਕੇ ਕਿਉਂ ਨਹੀਂ ਬਣਦਾ, ਇਹ ਵੀ ਕੁਐਸਚਨ ਹੈ। 6ਵਾਂ ਜਿਹੜਾ ਹੈ 3 ਨੂੰ ਮਿਲ ਕੇ ਬਣਦਾ ਹੈ, 6 ਨੂੰ ਮਿਲ ਕੇ ਕਿਉਂ ਨਹੀਂ ਬਣਦਾ। 7ਵਾਂ ਜਿਹੜਾ ਹੈ 2 ਨੂੰ ਮਿਲ ਕੇ ਬਣਦਾ ਹੈ ਪਰ 7 ਨੂੰ ਮਿਲ ਕੇ ਕਿਉਂ ਨਹੀਂ ਬਣਦਾ। ਓਕੇ, ਇੱਕ ਕੁਐਸਚਨ ਆਪਾਂ ਛੱਡਿਆ ਸੀ ਇੱਥੇ। ਓਕੇ, ਇਸ ਤੇ ਵੀ ਆਪਾਂ ਆਉਂਦੇ ਹਾਂ ਹੁਣ ਇਸ ਕੁਐਸਚਨ ਤੇ। ਹੁਣ ਆਪਾਂ ਦੇਖਦੇ ਹਾਂ ਮੈਕਸਿਮਮ ਨੰਬਰ ਆਫ ਇਲੈਕਟ੍ਰॉन्स ਕਿੰਨੇ ਹੋ ਸਕਦੇ ਹਨ। ਕੋਈ ਵੀ ਐਸ ਸਬਸ਼ੈਲ ਹੈ ਤਾਂ ਉਹਦੇ ਵਿੱਚ 2 ਨੰਬਰ ਆਫ ਇਲੈਕਟ੍ਰॉन ਹੋ ਸਕਦੇ ਹਨ ਮੈਕਸਿਮਮ। ਕੋਈ ਵੀ ਪੀ ਸਬਸ਼ੈਲ ਹੈ ਤਾਂ ਉਹਦੇ ਵਿੱਚ ਵੱਧ ਤੋਂ ਵੱਧ 6 ਇਲੈਕਟ੍ਰॉन ਹੋ ਸਕਦੇ ਹਨ। ਕੋਈ ਵੀ ਡੀ ਸਬਸ਼ੈਲ ਹੈ, ਚਾਹੇ ਉਹ 3D ਹੈ, ਚਾਹੇ 4D ਹੈ, ਚਾਹੇ 5D ਹੈ, 6D, ਮੈਕਸਿਮਮ ਨੰਬਰ ਆਫ ਇਲੈਕਟ੍ਰॉन ਕਿਸੇ ਵੀ ਡੀ ਸਬਸ਼ੈਲ ਦੇ ਵਿੱਚ 10 ਹੋ ਸਕਦੇ ਹਨ। ਕੋਈ ਵੀ ਐਫ ਸਬਸ਼ੈਲ ਹੈ ਤਾਂ ਮੈਕਸਿਮਮ ਨੰਬਰ ਆਫ ਇਲੈਕਟ੍ਰॉन्स 14 ਹੋ ਸਕਦੇ ਹਨ। ਇਹ ਮੈਕਸਿਮਮ ਨੰਬਰ ਆਫ ਇਲੈਕਟ੍ਰॉन्स ਹੈ, ਇਸ ਤੋਂ ਘੱਟ ਹੋ ਸਕਦੇ ਹਨ ਪਰ ਇਸ ਤੋਂ ਵੱਧ ਨਹੀਂ ਹੋ ਸਕਦੇ ਹਨ। ਓਕੇ, ਸੋ ਇਹ ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ। ਹੁਣ ਆਪਾਂ ਇਹਦੇ ਵਿੱਚ ਇੱਕ ਜਿਹੜਾ ਆਪਣਾ ਲੂਜ਼ ਕੁਐਸਚਨ ਛੱਡਿਆ ਸੀ ਉਹ ਸੀ ਕਿ ਇਹ ਜਿਹੜੇ ਸਬਸ਼ੈਲ ਤੁਸੀਂ ਦੇਖ ਰਹੇ ਹੋ ਇਹ ਥੱਲੇ ਵਾਲੇ ਸਬਸ਼ੈਲ, ਹੁਣ ਜਿਵੇਂ ਪਹਿਲਾ ਸ਼ੈਲ ਹੈ ਤਾਂ ਇਹਦੇ ਵਿੱਚ ਇੱਕ ਸਬਸ਼ੈਲ ਹੈ, ਦੂਜਾ ਹੈ ਤਾਂ 2 ਸਬਸ਼ੈਲ ਹੈ, ਤੀਜਾ ਹੈ ਤਾਂ 1 2 ਤੇ 3 ਸਬਸ਼ੈਲ ਹੈ, ਚੌਥਾ ਸ਼ੈਲ ਹੈ ਤਾਂ ਉਹਦੇ ਵਿੱਚ 4 ਸਬਸ਼ੈਲ ਹੈ, ਪੰਜਵਾਂ ਸ਼ੈਲ ਹੈ ਤਾਂ ਉਹਦੇ ਵਿੱਚ 5 ਹੋਣੇ ਚਾਹੀਦੇ ਸੀ, ਰਾਈਟ। ਤਾਂ ਇਹ ਪੰਜਵਾਂ ਕਿਉਂ ਨਹੀਂ ਹੈ ਆਪਣੇ ਕੋਲ। 6ਵਾਂ ਹੈ ਤਾਂ 6 ਹੋਣੇ ਚਾਹੀਦੇ ਸੀ, ਇਹ ਬਾਕੀ ਦੇ 3 ਕਿਉਂ ਨਹੀਂ ਹੈ। 7ਵਾਂ ਹੈ ਤਾਂ 7 ਹੋਣੇ ਚਾਹੀਦੇ ਸੀ, ਬਾਕੀ ਦੇ 5 ਕਿੱਥੇ ਗਏ। ਓਕੇ, ਇਹਦਾ ਮੈਂ ਤੁਹਾਨੂੰ ਹਿੰਟ ਦਿੱਤਾ ਸੀ ਕਿ ਇਹਦਾ ਲਿੰਕ ਹੈ ਸਿੱਧਾ ਸਿੱਧਾ ਨੰਬਰ ਆਫ ਐਲੀਮੈਂਟਸ ਨਾਲ। ਤੁਹਾਡੀ ਪੀਰੀਓਡਿਕ ਟੇਬਲ ਦੇ ਵਿੱਚ ਕਿੰਨੇ ਨੰਬਰ ਆਫ ਐਲੀਮੈਂਟਸ ਹੈ ਟੋਟਲ, ਉਹਨਾਂ ਨਾਲ ਇਹਦਾ ਜਿਹੜਾ ਹੈ ਲਿੰਕ ਹੈ ਸਿੱਧਾ ਸਿੱਧਾ। ਓਕੇ, ਹੁਣ ਆਪਾਂ ਇਸ ਨੂੰ ਇੱਕ ਵਾਰ ਕਰਕੇ ਦੇਖਦੇ ਹਾਂ। ਜਦੋਂ ਆਪਾਂ ਆਪਣੇ ਇਸ ਡਾਇਗਰਾਮ ਤੇ ਆਉਂਦੇ ਹਾਂ ਜਿਸ ਅਕੋਰਡਿੰਗ ਆਪਾਂ ਕਿਹਾ ਸੀ ਕਿ ਫਿਲ ਕਰਨਾ ਹੈ, ਪਹਿਲੇ ਇਲੈਕਟ੍ਰॉन ਫਿਲ ਕਿਵੇਂ ਕਰਦੇ ਹਾਂ ਆਪਾਂ, ਪਹਿਲੇ 1s ਦੇ ਵਿੱਚ, ਫਿਰ 2s ਦੇ ਵਿੱਚ, ਫਿਰ 2p, ਫਿਰ 3s, ਫਿਰ 3p, 4s, then 3d, 4p, 5s, then 4d, 5p, 6s, then 4f, 5d, 6p, 7s, then 5f, 6d, 7p। ਸੋ ਡਿਪੈਂਡਿੰਗ ਔਨ ਦਾ ਐਟੋਮਿਕ ਨੰਬਰ ਜਿੰਨੇ ਉਹਦੇ ਕੋਲ ਇਲੈਕਟ੍ਰॉन ਹੋਣਗੇ ਆਪਾਂ ਇਸ ਆਰਡਰ ਦੇ ਵਿੱਚ, ਇਸ ਕ੍ਰਮ ਦੇ ਵਿੱਚ ਜਿਹੜਾ ਹੈ ਭਰਦੇ ਜਾਵਾਂਗੇ ਡਾਇਗੋਨਲ ਵਾਈਜ਼। ਹੁਣ ਆਪਾਂ ਦੇਖਦੇ ਹਾਂ ਕਿ ਟੋਟਲ ਨੰਬਰ ਆਫ ਇਲੈਕਟ੍ਰॉन्स ਆਪਾਂ ਨੂੰ ਇਸ ਪੂਰੇ ਡਾਇਗਰਾਮ ਦੇ ਵਿੱਚ ਕਿੰਨੇ ਦਿਖ ਰਹੇ ਆ। ਠੀਕ ਹੈ, ਅੱਛਾ ਇੱਕ ਚੀਜ਼ ਯਾਦ ਰੱਖਣਾ, ਤੁਹਾਡੀ ਪੀਰੀਓਡਿਕ ਟੇਬਲ ਦੇ ਵਿੱਚ ਹੁਣ ਤੱਕ 118 एलिमेंट हैं। 118 एलिमेंट मिल चुके हैं, चाहे वो मैनमेड हैं, कुछ उस पर रिएक्शन वगैरह करके बनाए गए हैं, चाहे वो नैचुरली ਜਿਹੜੇ हैं फाइंड आउट किए गए हैं। ओके, टोटल 118 एलिमेंट्स हैं ਜਿਹੜੇ ਤੁਹਾਡੀ ਪੀਰੀਓਡਿਕ ਟੇਬਲ ਦੇ ਵਿੱਚ ਹੈ। ਹੁਣ ਆਪਾਂ ਦੇਖਦੇ ਹਾਂ ਕਿ ਇਲੈਕਟ੍ਰੋਨਿਕ ਕਨਫਿਗਰੇਸ਼ਨ ਦੇ ਅਕੋਰਡਿੰਗ ਵੱਧ ਤੋਂ ਵੱਧ ਇਲੈਕਟ੍ਰॉन ਆਪਣੇ ਇਸ ਡਾਇਗਰਾਮ ਦੇ ਵਿੱਚ ਜਿੰਨੇ ਵੀ ਸਬਸ਼ੈਲ ਦਿੱਤੇ ਹੋਏ ਹਨ ਟੋਟਲ ਕਿੰਨੇ ਆ ਸਕਦੇ ਇਹਨਾਂ ਦੇ ਵਿੱਚ। ਸੋ ਆਪਾਂ ਕਾਊਂਟ ਕਰਦੇ ਜਾਵਾਂਗੇ, 2 ਇਹਦੇ ਵਿੱਚ ਆ ਗਏ, ਦੈਨ 2 2s ਦੇ ਵਿੱਚ ਕਿੰਨੇ ਹੋ ਗਏ 4। ਹੁਣ ਐਡ ਕਰਦੇ ਜਾਣਾ, 2p ਦੇ ਵਿੱਚ 6, 3s ਦੇ ਵਿੱਚ 2, ਦੈਨ ਆ ਗਏ 3p ਦੇ ਵਿੱਚ 6, 4s ਦੇ ਵਿੱਚ 2 ਹੋਰ ਆ ਗਏ, ਦੈਨ ਆ ਗਏ 10 ਇਲੈਕਟ੍ਰॉन, 6 ਇਲੈਕਟ੍ਰॉन, 2 ਇਲੈਕਟ੍ਰॉन, ਦੈਨ ਆ ਗਏ 10 ਹੋਰ, 6 ਹੋਰ, 2 ਹੋਰ, then 14 more, 10 more, 6 more, 2 more, then 14 more, 10 more, 6 more। ਓਕੇ, ਹੁਣ ਇਹਨਾਂ ਸਭ ਨੂੰ ਜਿਹੜਾ ਇੱਕ ਵਾਰ ਟੋਟਲ ਕਰਕੇ ਦੇਖੋ, ਇਹਨਾਂ ਨੂੰ ਐਡ ਕਰ ਲਓ। ਇੱਕ ਮਿੰਟ ਵੀਡੀਓ ਨੂੰ ਇੱਥੇ ਪੌਜ਼ ਕਰੋ ਤੇ ਉਸ ਨੂੰ ਇੱਥੇ ਹੀ ਰੋਕ ਲਓ ਇੱਕ ਮਿੰਟ ਵੀਡੀਓ ਨੂੰ ਤੇ ਇਸ ਨੂੰ ਸਾਰੇ ਨੂੰ ਐਡ ਕਰਕੇ ਦੇਖੋ। ਓਕੇ, ਆਈ ਹੋਪ ਤੁਸੀਂ ਐਡ ਕਰਕੇ ਦੇਖਿਆ ਹੋਵੇਗਾ ਇਸ ਸਾਰੇ ਨੂੰ। ਇਹਦਾ ਟੋਟਲ ਆਉਂਦਾ ਹੈ 118, ਯਾਨੀ ਕਿ ਜਿਹੜਾ ਐਲੀਮੈਂਟ ਜਿਹਦਾ ਐਟੋਮਿਕ ਨੰਬਰ 118 ਹੈ ਉਹਦੇ ਲਈ ਇੰਨਾ ਡਾਇਗਰਾਮ ਕਾਫੀ ਹੈ। 118 एटॉमिक नंबर का मतलब उन्ने ही नंबर ऑफ इलैक्ट्रॉन्स यानी कि 118, उन्ने ही नंबर ऑफ प्रोटॉन्स यानी कि 118। 118 इलैक्ट्रॉन्स अपने इस डायग्राम ਦੇ ਵਿੱਚ ਹੀ ਭਰ ਜਾਂਦੇ हैं। ਆਪਾਂ ਨੂੰ ਇਸ ਤੋਂ ਅੱਗੇ 7p ਤੋਂ ਅੱਗੇ 8s ਜਾਂ ਉਸ ਤੋਂ ਅੱਗੇ 5g ਜਾਂ ਇਸ ਤੋਂ ਅੱਗੇ ਜਿਹੜਾ 6f ਇਹਦੀ ਕੋਈ ਲੋੜ ਨਹੀਂ ਹੈ ਫਿਲਹਾਲ। ਜਿੰਨੇ ਐਲੀਮੈਂਟਸ ਲੱਭੇ ਜਾ ਚੁੱਕੇ ਹਨ ਉਹਨਾਂ ਦੇ ਅਕੋਰਡਿੰਗ ਇੰਨੇ ਸਬਸ਼ੈਲਸ ਦੇ ਵਿੱਚ ਹੀ ਇਲੈਕਟ੍ਰॉन ਪੂਰੇ ਹੋ ਜਾਂਦੇ ਆ। ਇਸ ਕਰਕੇ ਇਲੈਕਟ੍ਰॉन ਜਿਹੜੇ ਹੈ, ਇਸ ਕਰਕੇ ਜਿਹੜੇ ਸਬਸ਼ੈਲ ਹੈ ਅੱਗੇ ਇਹ ਨਹੀਂ ਬਣਾਏ ਗਏ ਫਿਲਹਾਲ, ਰਾਈਟ। ਪਰ ਸਾਇੰਟਿਸਟ ਨੇ ਐਜ਼ਿਊਮ ਕੀਤਾ ਹੈ ਕਿ ਇਹ ਜਿਹੜੇ ਸਬਸ਼ੈਲ ਜੇ ਫਿਊਚਰ ਵਿੱਚ ਕੋਈ ਵੀ ਐਲੀਮੈਂਟ ਅੱਗੇ ਲੱਭੇ ਜਾਣਗੇ, ਮੰਨ ਲਓ ਉਹਦਾ ਐਟੋਮਿਕ ਨੰਬਰ 119 ਹੈ, 120 ਹੈ, 170 ਹੈ, 204 ਹੈ, ਜਿੰਨੇ ਵੀ ਐਲੀਮੈਂਟਸ ਹੋਣਗੇ, ਜੋ ਵੀ ਐਟੋਮਿਕ ਨੰਬਰ ਉਹਨਾਂ ਦੇ ਹੋਣਗੇ, ਤਾਂ ਉਹਨਾਂ ਨੇ ਇੱਕ
ਐਜ਼ੰਪਸ਼ਨ ਕੀਤੀ ਹੈ ਕਿ ਜੇ ਜਦੋਂ ਵੀ ਲੱਭੇ ਜਾਣਗੇ ਤਾਂ ਕੁਝ ਇਹੋ ਜਿਹੇ ਸ਼ੈਲ ਇੰਟਰੋਡਿਊਸ ਕਰ ਦੇਵਾਂਗੇ। ओके, पर ये ज़रूरी नहीं है क्योंकि ये अनसर्टन है। ओके, अनसर्टन क्यों है? हो सकता है ਜਿਹੜੇ ਐਲੀਮੈਂਟ ਲੱਭੇ ਜਾਣ ਉਹਨਾਂ ਦਾ ਐਟੋਮਿਕ ਨੰਬਰ ਤਾਂ ਉਹੀ ਹੋਵੇ ਪਰ ਉਹਨਾਂ ਦੇ ਬਿਹੇਵੀਅਰ ਚੇਂਜ ਹੋਣ, ਉਹਨਾਂ ਦੀਆਂ ਪ੍ਰੋਪਰਟੀਜ਼ ਚੇਂਜ ਹੋਣ। ਸੋ ਇਸ ਬਾਰੇ ਆਪਾਂ ਅਜੇ ਕੁਝ ਫਾਈਨਲ ਨਹੀਂ ਕਹਿ ਸਕਦੇ ਹਾਂ, ਇੱਕ ਅਜ਼ੰਪਸ਼ਨ ਹੈ, ਰਾਈਟ। ਪਰ ਫਿਲਹਾਲ ਜੋ ਆਪਣੇ ਕੋਲ ਲੱਭੇ ਜਾ ਚੁੱਕੇ ਹਨ ਉਹਨਾਂ ਦੇ ਅਕੋਰਡਿੰਗ ਇੰਨਾ ਡਾਇਗਰਾਮ ਕਾਫੀ ਹੈ। ਓਕੇ, ਸੋ ਆਈ ਹੋਪ ਤੁਹਾਨੂੰ ਇਸ ਤੇ ਤੁਹਾਡਾ ਆਨਸਰ ਮਿਲ ਗਿਆ ਹੋਵੇਗਾ। ਹੁਣ ਆਪਾਂ ਚੱਲਦੇ ਹਾਂ ਨੈਕਸਟ ਸਲਾਈਡ ਤੇ। ਇੱਕ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ, ਜਸਟ ਵਨ ਐਲੀਮੈਂਟ ਕਿ ਉਹਦਾ ਆਪਾਂ ਸ਼ੈਲ ਕੌਨਫੀਗਰੇਸ਼ਨ ਤੇ ਐਟੋਮਿਕ ਸਟਰਕਚਰ ਕਿਵੇਂ ਬਣਾਇਆ ਸੀ। ਹੁਣ ਐਲੂਮੀਨੀਅਮ ਹੈ ਐਲੀਮੈਂਟ, ਐਟੋਮਿਕ ਨੰਬਰ ਹੈ ਉਹਦਾ 13, ਯਾਨੀ ਕਿ ਨੰਬਰ ਆਫ ਇਲੈਕਟ੍ਰੋਨ 13, ਨੰਬਰ ਆਫ ਪ੍ਰੋਟੋਨ 13। ਸ਼ੈਲ ਕੌਨਫੀਗਰੇਸ਼ਨ ਬਣਾਉਂਦੇ ਹਾਂ, 1s ਦੇ ਵਿੱਚ 2 ਇਲੈਕਟ੍ਰੋਨ ਆ ਗਏ, 2s ਦੇ ਵਿੱਚ 2 ਇਲੈਕਟ੍ਰੋਨ ਆ ਗਏ, ਦੈਨ 2s ਤੋਂ ਬਾਅਦ ਕੀ ਭਰੇਗਾ 2p ਦੇ ਵਿੱਚ 6 ਇਲੈਕਟ੍ਰੋਨ, ਦੈਨ 3s ਦੇ ਵਿੱਚ 2 ਇਲੈਕਟ੍ਰੋਨ, ਦੈਨ ਵਾਪਸ ਕੀ ਆਤੇ ਹਨ 3p ਦੇ ਵਿੱਚ 1 ਇਲੈਕਟ੍ਰੋਨ। टोटल देखो 2 + 2 + 6 + 2 + 1, 13 इलेक्ट्रॉन पूरे हो गए, राइट। सो एटॉमिक नंबर 13, इलेक्ट्रॉन 13। 1s मतलब के शेल, 2s ਤੇ 2p मतलब एल शेल, 3s 3p ਤੇ ਇਸ ਤੋਂ ਬਾਅਦ 3d ਵੀ ਆ ਜਾਂਦਾ ਹੈ, ਇਹ ਮਿਲ ਕੇ ਬਣਾਉਂਦੇ ਆ m शेल। ਹੁਣ ਕੇ ਸ਼ੈਲ ਦੇ ਵਿੱਚ ਆ ਗਏ 2 ਇਲੈਕਟ੍ਰੋਨ, ਐਲ ਸ਼ੈਲ ਦੇ ਵਿੱਚ ਆ ਗਏ 2 ਤੇ 6 8 ਇਲੈਕਟ੍ਰੋਨ, m शेल ਦੇ ਵਿੱਚ ਆ ਗਏ 2 ਤੇ 1 3 ਇਲੈਕਟ੍ਰੋਨ। ਕਨਫਿਗਰੇਸ਼ਨ ਕੀ ਬਣ ਗਈ 283 283। ਓਕੇ, ਹੁਣ ਇੱਥੇ ਸੌਰੀ ਗਲਤੀ ਹੈ, ਇੱਥੇ ਐਲੂਮੀਨੀਅਮ ਦਾ ਜਿਹੜਾ ਹੈ ਉਹ ਸਿੰਬਲ ਇੱਥੇ ਗਲਤ ਲਿਖਿਆ ਹੋਇਆ ਹੈ, AL ਹੁੰਦਾ ਹੈ ਇਹਦਾ ਸਿੰਬਲ, ਤਾਂ ਇੱਥੇ MG ਲਿਖਿਆ ਹੈ, ਇਹਨੂੰ ਪਲੀਜ਼ ਕਰੈਕਟ ਕਰ ਲੈਣਾ। ਓਕੇ, ਐਟੋਮਿਕ ਨੰਬਰ ਸਹੀ ਲਿਖਿਆ ਹੈ ਬਟ ਇਹਦਾ ਸਿੰਬਲ ਜਿਹੜਾ ਹੈ ਇੱਥੇ ਗਲਤ ਲਿਖਿਆ ਹੋਇਆ, ਸੋ ਇਹਨੂੰ AL ਕਰ ਲੈਣਾ। ਹੁਣ ਆਪਾਂ ਇਹਦੀ ਸ਼ੈਲ ਕੌਨਫੀਗਰੇਸ਼ਨ ਦੇਖਦੇ ਹਾਂ, 3 ਸ਼ੈਲ ਬਣਨਗੇ, ਕੇ ਸ਼ੈਲ, ਐਲ ਸ਼ੈਲ ਤੇ M ਸ਼ੈਲ। ਕੇ ਸ਼ੈਲ ਦੇ ਵਿੱਚ ਆਪਾਂ 2 ਇਲੈਕਟ੍ਰੋਨ ਬਣਾਤੇ 1 and 2, ਐਲ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਬਣਾਤੇ 1 2 3 4 5 6 7 and 8। ਹੁਣ ਰਹਿ ਗਿਆ ਆਪਣੇ ਕੋਲ ਲਾਸਟ ਸ਼ੈਲ ਯਾਨੀ ਕਿ M ਸ਼ੈਲ, ਇਹਦੇ ਵਿੱਚ 3 ਇਲੈਕਟ੍ਰੋਨ ਬਣਾਤੇ 1 2 and 3, that's it। ਓਕੇ, ਸੋ ਇਹ ਆ ਗਈ ਇਲੈਕਟ੍ਰੋਨਿਕ ਐਟੋਮਿਕ ਸਟਰਕਚਰ ਐਂਡ ਇਹ ਆ ਗਿਆ ਆਪਣੇ ਕੋਲ ਸ਼ੈਲ ਕਨਫਿਗਰੇਸ਼ਨ ਆਫ ਇਲੈਕਟ੍ਰੋਨ, ਜਾਂ ਇਹਨੂੰ ਇਲੈਕਟ੍ਰੋਨਿਕ ਕਨਫਿਗਰੇਸ਼ਨ ਵੀ ਕਹਿ ਸਕਦੇ ਹੋ। ਓਕੇ, ਹੁਣ ਇੱਥੇ ਤੱਕ ਆਪਾਂ ਪੜ੍ਹ ਚੁੱਕੇ ਹਾਂ। ਹੁਣ ਆਉਂਦਾ ਆਪਾਂ ਨੈਕਸਟ ਸਲਾਈਡ ਤੇ। ਨੈਕਸਟ ਬੜਾ ਇੰਪੋਰਟੈਂਟ ਕਨਸੈਪਟ ਹੈ ਵੈਲੈਂਸੀ। ਹੁਣ ਵੈਲੈਂਸੀ ਕੀ ਹੁੰਦੀ ਹੈ, ਵਾਟ ਇਜ਼ ਵੈਲੈਂਸੀ? ਬੜਾ ਇੰਪੋਰਟੈਂਟ ਟਰਮ ਹੈ ਤੇ ਬੜਾ ਹੀ ਈਜ਼ੀ ਕਨਸੈਪਟ ਹੈ। ਓਕੇ, ਦ ਵੈਲੈਂਸ ਔਰ ਵੈਲੈਂਸੀ ਆਫ ਐਨ ਐਲੀਮੈਂਟ is a measure of its combining power with other atoms when it forms chemical compounds or molecules। ਜਦੋਂ ਵੀ ਇੱਕ ਐਲੀਮੈਂਟ ਕਿਸੇ ਹੋਰ ਐਲੀਮੈਂਟ ਦੇ ਐਟਮਸ ਨਾਲ ਜਾਂ ਖੁਦ ਦੇ ਹੀ ਐਟਮਸ ਨਾਲ ਮਿਲ ਕੇ ਕੰਪਾਊਂਡਸ ਜਾਂ ਮੋਲੀਕਿਊਲਸ ਬਣਾਉਂਦੀ ਹੈ ਤਾਂ ਉਹ ਕਿੰਨਾ ਛੇਤੀ ਉਹ ਜਿਹੜਾ ਹੈ ਕੰਪਾਊਂਡ ਜਾਂ ਮੋਲੀਕਿਊਲ ਬਣਾ ਸਕਦੀ ਹੈ, ਕਿੰਨਾ ਉਹ ਰਿਐਕਟਿਵ ਹੈ, ਉਸ ਨੂੰ ਕਿਹਾ ਜਾਂਦਾ, ਉਹ ਉਸ ਪਾਵਰ ਨੂੰ ਕਿਹਾ ਜਾਂਦਾ ਵੈਲੈਂਸੀ। ਯਾਨੀ ਕਿ ਉਹਦੀ ਵੈਲੈਂਸੀ ਕਿੰਨੀ ਹੈ, ਕਿੰਨੀ ਤੇਜ਼ੀ ਨਾਲ ਜਿਹੜਾ ਹੈ ਉਹ ਕਿਸੇ ਹੋਰ ਕੰਪਾਊਂਡ ਨਾਲ ਮਿਲ ਕੇ, ਕਿਸੇ ਹੋਰ ਐਲੀਮੈਂਟ ਨਾਲ ਮਿਲ ਕੇ ਜਾਂ ਖੁਦ ਦੇ ਹੀ ਐਟਮਸ ਨਾਲ ਮਿਲ ਕੇ ਹੋਰ ਕੰਪਾਊਂਡ ਜਾਂ ਐਲੀਮੈਂਟ ਬਣਾ ਸਕਦੀ ਹੈ। ਓਕੇ, ਸੋ ਆਈ ਹੋਪ ਤੁਹਾਨੂੰ ਮਤਲਬ ਇੱਥੇ ਕਲੀਅਰ ਹੋ ਗਿਆ ਹੋਵੇਗਾ ਵੈਲੈਂਸੀ ਦਾ ਮਤਲਬ। ਪਰ ਇੱਕ ਬੜਾ ਇੰਪੋਰਟੈਂਟ ਕੁਐਸਚਨ ਇੱਥੇ ਰਾਈਜ਼ ਹੁੰਦਾ, ਉਹ ਹੈ ਬਟ ਵਾਈ ਐਨ ਐਲੀਮੈਂਟ ਕੰਬਾਈਨਸ ਵਿਦ ਅਦਰ ਐਲੀਮੈਂਟਸ। ਇੱਕ ਐਲੀਮੈਂਟ ਹੋਰ ਐਲੀਮੈਂਟ ਨਾਲ ਕੰਬਾਈਨ ਹੁੰਦੀ ਹੀ ਕਿਉਂ ਹੈ, ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਵਾਈ ਐਨ ਐਟਮ ਕੰਬਾਈਨਸ ਵਿਦ ਅਦਰ ਐਟਮਸ। ਚਾਹੇ ਹੋਰ ਐਲੀਮੈਂਟ ਦੇ ਐਟਮਸ ਹੋਣ, ਚਾਹੇ ਖੁਦ ਦੇ ਹੀ ਐਟਮਸ ਹੋਣ ਸੇਮ ਐਲੀਮੈਂਟ ਦੇ, ਤਾਂ ਇੱਕ ਐਟਮ ਦੂਜੇ ਐਟਮ ਨਾਲ ਕੰਬਾਈਨ ਹੁੰਦਾ ਹੀ ਕਿਉਂ ਹੈ। ਸੋ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਵੈਲੈਂਸੀ ਦਾ ਆਪਾਂ ਨੂੰ ਕਲੀਅਰ ਹੋ ਗਿਆ ਵੀ ਕਿੰਨਾ ਛੇਤੀ ਉਹ ਕੰਬਾਈਨ ਹੋ ਸਕੇਗਾ, ਉਹ ਵੈਲੈਂਸੀ ਹੈ। ਪਰ ਹੋਣਾ ਕਿਉਂ ਹੈ ਕੰਬਾਈਨ? ਓਕੇ, ਇਹਦਾ ਆਨਸਰ ਹੈ ਟੂ ਬਿਕਮ ਸਟੇਬਲ, ਸਟੇਬਲ ਹੋਣ ਲਈ। ਓਕੇ, valency is the number of electrons that must be lost or gained by an atom to obtain a stable configuration। valency ਜਿਹੜਾ ਹੈ ਉਹ ਕਿਸੇ ਵੀ ਐਟਮ ਦੀ ਇਲੈਕਟ੍ਰੋਨ ਨੂੰ ਲੂਜ਼ ਕਰਨ ਦੀ ਜਾਂ ਗੇਨ ਕਰਨ ਦੀ, ਜਾਂ ਤਾਂ ਇਲੈਕਟ੍ਰੋਨ ਜਿਹੜਾ ਹੈ ਉਹ ਖੋ ਦੇਵੇ ਜਾਂ ਉਹਨਾਂ ਨੂੰ ਪ੍ਰਾਪਤ ਕਰ ਲਵੇ, ਗੇਨ ਕਰ ਲਵੇ, ਉਸ ਟੈਂਡੈਂਸੀ ਨੂੰ ਕਹਿੰਦੇ हैं ਵੈਲੈਂਸੀ। ਕਿ ਕਿੰਨੇ ਨੰਬਰ ਆਫ ਇਲੈਕਟ੍ਰॉन्स ਦੇਣੇ हैं ਜਾਂ ਕਿੰਨੇ ਨੰਬਰ ਆਫ ਇਲੈਕਟ੍ਰॉन्स ਲੈਣੇ हैं ਟੂ ਬਿਕਮ ਸਟੇਬਲ। ਹੁਣ ਸਟੇਬਲ ਕਨਫਿਗਰੇਸ਼ਨ ਕੀ ਹੁੰਦੀ ਹੈ, ਵਾਟ ਡੂ ਮੀਨ ਬਾਈ ਸਟੇਬਲ ਐਟਮ? ਹੁਣ ਆਪਾਂ ਬੜਾ ਜੈਨਰਿਕ ਜਿਹਾ ਐਗਜ਼ਾਮਪਲ ਲੈਂਦੇ ਹਾਂ। ਜੈਨਰਿਕ ਐਗਜ਼ਾਮਪਲ ਇਹ ਹੈ, ਜਦੋਂ ਤੁਹਾਨੂੰ ਭੁੱਖ ਲੱਗੀ ਹੋਵੇ ਤਾਂ ਤੁਸੀਂ ਪੂਰਾ ਜਿਹੜਾ ਹੈ ਕਿਚਨ ਵੀ ਲੱਭ ਲਓਗੇ, ਖਾਣ ਨੂੰ ਕੀ ਬਣਿਆ, ਮੰਨ ਲਓ ਤੁਹਾਡੇ ਮਾਤਾ ਜੀ ਘਰ ਨਹੀਂ ਹੈ, ਕੋਈ ਵੀ ਜਿਹੜਾ ਹੈ ਦੇਣ ਨਹੀਂ ਹੈ ਘਰ ਖਾਣਾ, ਤਾਂ ਤੁਸੀਂ ਆਪ ਹੀ ਖਾਣਾ ਲੱਭਣ ਦੀ ਕੋਸ਼ਿਸ਼ ਕਰੋਗੇ। ਤੁਸੀਂ ਕਿਚਨ ਵਿੱਚ ਸਾਰਾ ਲੱਭੋਗੇ, ਕਿੱਥੇ ਪਿਆ ਹੈ ਖਾਣਾ, ਕਿੱਥੇ ਨਹੀਂ ਪਿਆ ਹੈ, ਤੁਸੀਂ ਲੱਭਦੇ ਰਹੋਗੇ। ਮਤਲਬ ਤੁਸੀਂ ਇੱਕ ਅਨਸਟੇਬਲ ਸਟੇਜ ਵਿੱਚ ਹੋ, ਤੁਸੀਂ ਟਰਾਈ ਕਰ ਰਹੇ ਹੋ ਕਿ ਤੁਹਾਨੂੰ ਖਾਣਾ ਮਿਲ ਜਾਵੇ। ਪਰ ਜਦੋਂ ਤੁਸੀਂ ਖਾਣਾ ਖਾ ਲਓਗੇ, ਤੁਹਾਨੂੰ ਮਿਲ ਗਿਆ, ਖਾਣਾ ਖਾ ਲਿਆ, ਤਾਂ ਤੁਸੀਂ ਇੱਕ ਸਟੇਬਲ ਸ਼ਾਂਤ ਸਟੇਜ ਦੇ ਵਿੱਚ ਆ ਜਾਓਗੇ। ਓਕੇ, ਹੁਣ ਬੜਾ ਸਿੰਪਲ ਜਿਹਾ ਐਗਜ਼ਾਮਪਲ ਆਪਾਂ ਲਿਆ ਹੈ
कि ਐਟਮਸ ਜਿਹੜੇ ਹੈ ਉਹ ਕੋਸ਼ਿਸ਼ ਕਰਦੇ ਹੈ, ਜਿਵੇਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਤੁਹਾਨੂੰ ਖਾਣਾ ਮਿਲੇ, ਜਦੋਂ ਪੇਟ ਖਾਲੀ ਹੈ ਤੁਹਾਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਟਰਾਈ ਕਰ ਰਹੇ ਹੋ ਕਿ ਤੁਹਾਨੂੰ ਖਾਣਾ ਮਿਲੇ। ਇਵੇਂ ਐਟਮ ਕੋਲ ਜਦੋਂ ਇਲੈਕਟ੍ਰੋਨ, ਹੁਣ ਆਪਾਂ ਪੜ੍ਹਿਆ ਸੀ ਕਿ ਕਿਸੇ ਵੀ ਸ਼ੈਲ ਦੇ ਵਿੱਚ ਵੱਧ ਤੋਂ ਵੱਧ ਇਲੈਕਟ੍ਰੋਨ ਕਿੰਨੇ ਹੋ ਸਕਦੇ ਆ, ਜਿਵੇਂ ਕਿ ਆਪਾਂ ਇੱਥੇ ਐਗਜ਼ਾਮਪਲ ਦੇਖਿਆ ਹੈ। ਹੁਣ ਇੱਥੇ ਹੈ ਪੀ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਹੋ ਸਕਦੇ ਹਨ। ਹੁਣ ਮੰਨ ਲਓ ਇਹਦੇ ਕੋਲ ਇੱਥੇ 6 ਇਲੈਕਟ੍ਰੋਨ ਨਹੀਂ ਹੈ, ਇੱਥੇ ਸਿਰਫ 4 ਇਲੈਕਟ੍ਰੋਨ ਹੈ, ਤਾਂ ਇਹ ਕੋਸ਼ਿਸ਼ ਕਰੇਗਾ ਕਿ ਆਪਣੇ 6 ਇਲੈਕਟ੍ਰੋਨ ਪੂਰੇ ਕਰੇ। ਓਕੇ, ਸੋ ਇਹ ਟੈਂਡੈਂਸੀ ਹੁੰਦੀ ਹੈ ਕਿ ਆਪਣੇ ਆਊਟਰ ਮੋਸਟ, ਸਭ ਤੋਂ ਬਾਹਰ ਵਾਲਾ ਜਿਹੜਾ ਸ਼ੈਲ ਹੈ ਉਹਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਜਿੰਨੇ ਵੱਧ ਤੋਂ ਵੱਧ ਆਣੇ ਚਾਹੀਦੇ ਹੈ ਉਨੇ ਵੱਧ ਤੋਂ ਵੱਧ ਇਲੈਕਟ੍ਰੋਨ ਜਿਹੜੇ ਹੈ ਉਹਦੇ ਵਿੱਚ ਆ ਜਾਣ। ਠੀਕ ਹੈ, ਤਾਂ ਕਿ ਉਹ ਸਟੇਬਲ ਹੋ ਜਾਵੇ, ਸ਼ਾਂਤ ਸਟੇਜ ਦੇ ਵਿੱਚ ਆ ਜਾਵੇ। ਠੀਕ ਹੈ, ਸੋ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਐਟਮ ਜਿਹੜਾ ਹੈ ਕੋਸ਼ਿਸ਼ ਕਰਦਾ ਹੈ ਕਿ ਉਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੈ ਉਹ ਜਿੰਨੇ ਵੱਧ ਤੋਂ ਵੱਧ ਆ ਸਕਣ ਉਨੇ ਜਿਹੜੇ ਹੈ ਕੰਪਲੀਟ ਹੋ ਜਾਣ। ਸੋ ਇਸ ਨੂੰ ਜਿਹੜਾ ਹੈ ਵੈਲੈਂਸੀ ਕਿਹਾ, ਇਸ ਨੂੰ ਜਿਹੜਾ ਹੈ ਸਟੇਬਲ ਸਟੇਜ ਕਿਹਾ ਜਾਂਦਾ ਜਦੋਂ ਉਹ ਸਟੇਜ ਵਿੱਚ ਆ ਜਾਂਦਾ ਹੈ। ਤੇ ਇਸ ਸਟੇਜ ਨੂੰ ਪ੍ਰਾਪਤ ਕਰਨ ਲਈ, ਸਟੇਬਿਲਿਟੀ ਨੂੰ ਪ੍ਰਾਪਤ ਕਰਨ ਲਈ ਜਿੰਨੇ ਇਲੈਕਟ੍ਰੋਨ ਲੈਣੇ ਜਾਂ ਜਿੰਨੇ ਇਲੈਕਟ੍ਰੋਨ ਦੇਣੇ ਪੈਂਦੇ ਹੈ ਉਹਨੂੰ ਵੈਲੈਂਸੀ ਕਿਹਾ ਜਾਂਦਾ ਹੈ। ਹੁਣ ਆਪਾਂ ਅੱਗੇ ਐਗਜ਼ਾਮਪਲ ਨਾਲ ਦੇਖਾਂਗੇ, ਤੁਹਾਨੂੰ ਬੜਾ ਕਲੀਅਰ ਹੋ ਜਾਏਗਾ। ਐਗਜ਼ਾਮਪਲ ਲੈਂਦੇ ਹਾਂ ਆਪਾਂ, ਅਗੇਨ ਐਲੂਮੀਨੀਅਮ ਦਾ ਐਗਜ਼ਾਮਪਲ ਲੈਂਦੇ ਹਾਂ। ਅਗੇਨ ਮੈਂ ਇੱਥੇ ਨੋਟੀਫਾਈ ਕਰਦਾ ਕਿ ਇਹਦਾ ਸਿੰਬਲ ਜਿਹੜਾ ਹੈ AL ਹੁੰਦਾ ਹੈ, ਇਸ ਨੂੰ ਪਲੀਜ਼ ਕਰੈਕਟ ਕਰ ਲੈਣਾ। AL ਇਜ਼ ਦਾ ਸਿੰਬਲ। ਤੇ ਕਿਸੇ ਦਾ ਵੀ ਸਿੰਬਲ ਜਿਹੜਾ ਹੈ ਪਹਿਲਾ ਅੱਖਰ ਉਹਦਾ ਵੱਡਾ ਲਿਖਿਆ ਜਾਂਦਾ, ਦੂਜਾ ਅੱਖਰ ਛੋਟਾ ਲਿਖਿਆ ਜਾਂਦਾ। ਜੇ ਉਹ ਦੋ ਅੱਖਰਾਂ ਨੂੰ ਮਿਲ ਕੇ ਬਣ ਰਿਹਾ ਹੈ ਤਾਂ ਪਹਿਲਾ ਅੱਖਰ ਵੱਡਾ, ਦੂਜਾ ਅੱਖਰ ਛੋਟਾ। ਸੋ ਇਹਦਾ ਆਏਗਾ A ਕੈਪੀਟਲ ਤੇ L ਸਮਾਲ, AL। ਓਕੇ, ਐਟੋਮਿਕ ਨੰਬਰ ਹੈ ਇਹਦਾ 13, ਯਾਨੀ ਨੰਬਰ ਆਫ ਇਲੈਕਟ੍ਰॉन्स 13, ਨੰਬਰ ਆਫ ਪ੍ਰੋਟੋਨਸ 13। ਹੁਣ ਆਪਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖੀਏ, 1s2, 2s2, 2p6, 3s2, 3p6। ਹੁਣ ਜਿਹੜੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈ 1s ਤਾਂ ਇਕੱਲਾ ਹੀ ਸਟੇਬਲ ਹੋ ਜਾਂਦਾ ਹੈ, ਪਰ 2s ਤੇ 2p ਮਿਲ ਕੇ ਸਟੇਬਿਲਿਟੀ ਡਿਸਾਈਡ ਕਰਦੇ हैं, 3s ਤੇ 3p ਮਿਲ ਕੇ ਸਟੇਬਿਲਿਟੀ ਡਿਸਾਈਡ ਕਰਦੇ हैं। ਇਹਨੂੰ ਆਕਟੇਟ ਰੂਲ ਵੀ ਕਿਹਾ ਜਾਂਦਾ ਹੈ, ਯਾਨੀ ਕਿ 8 ਇਲੈਕਟ੍ਰੋਨ ਪੂਰੇ ਹੋਣੇ ਚਾਹੀਦੇ ਹਨ। ਦੇਖੋ ਦੋਨਾਂ ਨੂੰ ਮਿਲ ਕੇ ਵੱਧ ਤੋਂ ਵੱਧ ਕਿੰਨੇ, 2 ਇਹਦੇ ਵਿੱਚ ਆ ਸਕਦੇ ਹਨ, 2 ਇਹਦੇ ਵਿੱਚ ਤੇ 6 ਇਹਦੇ ਵਿੱਚ, ਟੋਟਲ 8 ਇਲੈਕਟ੍ਰੋਨ ਆ ਸਕਦੇ ਹਨ। 2 ਇਹਦੇ ਵਿੱਚ ਆ ਸਕਦੇ ਹਨ, 6 ਇਹਦੇ ਵਿੱਚ, ਵੱਧ ਤੋਂ ਵੱਧ ਦੀ ਮੈਂ ਗੱਲ ਕਰ ਰਿਹਾ, ਵੱਧ ਤੋਂ ਵੱਧ 6 ਇਹਦੇ ਵਿੱਚ ਆ ਸਕਦੇ ਹਨ, ਯਾਨੀ ਕਿ 8 ਇਲੈਕਟ੍ਰੋਨ। ਇਹਨੂੰ ਆਕਟੇਟ ਰੂਲ ਵੀ ਕਿਹਾ ਜਾਂਦਾ ਹੈ। ਪਹਿਲੇ 2 ਤੇ ਐਪਲੀਕੇਬਲ ਨਹੀਂ ਹੁੰਦਾ, ਯਾਨੀ ਹਾਈਡਰੋਜਨ ਤੇ ਹੀਲੀਅਮ ਤੇ ਐਪਲੀਕੇਬਲ ਨਹੀਂ ਹੋਏਗਾ, ਉਹਦੇ ਕੋਲ 2 ਹੀ ਇਲੈਕਟ੍ਰੋਨ ਤੇ ਗੱਲ ਕਰਾਂਗੇ ਆਪਾਂ, ਉਹਨੂੰ ਆਪਾਂ ਫਰਦਰ ਡਿਸਕਸ ਕਰਾਂਗੇ ਫਿਊਚਰ ਲੈਕਚਰਸ ਦੇ ਵਿੱਚ। ਬਟ ਫਿਲਹਾਲ ਆਪਾਂ ਇਸ ਨੂੰ ਦੇਖਦੇ ਹਾਂ ਕਿ ਇਹਦੇ ਆਊਟਰ ਮੋਸਟ ਸ਼ੈਲ ਕਿਹੜਾ ਹੋਗਾ, M ਸ਼ੈਲ। M ਸ਼ੈਲ ਦੇ ਵਿੱਚ ਆਪਾਂ ਦੇਖੀਏ ਤਾਂ S ਤੇ P ਨੂੰ ਮਿਲਾ ਕੇ ਜਿਹੜਾ ਹੈ, ਇੱਥੇ ਆਪਾਂ D ਦੀ ਗੱਲ ਨਹੀਂ ਕਰ ਰਹੇ, ਸਿਰਫ 3s ਤੇ 3p ਹੀ ਕਾਫੀ ਹੈ ਆਕਟੇਟ ਰੂਲ ਦੇ ਅਕੋਰਡਿੰਗ। ਓਕੇ, ਸੋ 2 ਇਹਦੇ ਵਿੱਚ ਤੇ 6 ਇਹਦੇ ਵਿੱਚ, ਟੋਟਲ ਜੇ 8 ਇਲੈਕਟ੍ਰੋਨ ਹੁੰਦੇ ਤਾਂ ਇਹ ਸਟੇਬਲ ਹੋ ਜਾਂਦਾ। ਓਕੇ, ਪਰ ਇਹਦੇ ਕੋਲ ਕਿੰਨੇ ਹੈ, 3 ਇਲੈਕਟ੍ਰੋਨ, 2 ਇਹਦੇ ਵਿੱਚ, 1 ਇਹਦੇ ਵਿੱਚ, ਟੋਟਲ ਹੈ 3 ਇਲੈਕਟ੍ਰੋਨ। ਓਕੇ, 3 ਇਲੈਕਟ੍ਰੋਨ ਲਾਸਟ ਸ਼ੈਲ ਦੇ ਵਿੱਚ ਹੈ। ਕਿੰਨੇ ਹੁੰਦੇ ਤਾਂ ਸਟੇਬਲ ਹੋ ਜਾਂਦਾ, 8 ਹੁੰਦੇ ਤਾਂ ਸਟੇਬਲ ਹੋ ਜਾਂਦਾ। ਕਹਿਣ ਦਾ ਮਤਲਬ ਹੈ ਜਾਂ ਤਾਂ 5 ਹੋਰ ਇਲੈਕਟ੍ਰੋਨ ਲੈ ਲਵੇ ਕਿਸੇ ਕੋਲੋਂ ਤੇ ਸਟੇਬਲ ਹੋ ਜਾਵੇ, ਜਾਂ ਜਿਹੜੇ 3 ਹੈ ਇਹਦੇ ਕੋਲੋਂ ਇਹ ਵੀ ਲੂਜ਼ ਕਰ ਦੇਵੇ। ਜਦੋਂ ਇਹ ਵੀ ਲੂਜ਼ ਕਰ ਦੇਗਾ ਤਾਂ ਬਾਹਰ ਵਾਲਾ ਸ਼ੈਲ ਹੀ ਖਤਮ ਹੋ ਜਾਏਗਾ, ਤਾਂ ਇਸ ਤੋਂ ਅੰਦਰ ਵਾਲਾ L ਸ਼ੈਲ ਜਿਹੜਾ ਹੈ ਉਹ ਆਊਟਰ ਮੋਸਟ ਬਣ ਜਾਏਗਾ, ਜੋ ਕਿ ਆਲਰੇਡੀ ਫੁੱਲ ਹੈ, ਤਾਂ ਉਹ ਸਟੇਬਲ ਹੋ ਜਾਏਗਾ। ਤਾਂ 2 ਹੀ ਤਰੀਕੇ हैं, ਜਾਂ ਤਾਂ ਇਸ ਸ਼ੈਲ ਨੂੰ ਹੀ ਖਤਮ ਕਰ ਦੇਵੇ 3 ਵਾਲੇ ਨੂੰ, ਜਾਂ ਫਿਰ 5 ਹੋਰ ਇਲੈਕਟ੍ਰੋਨ ਲੈ ਕੇ ਇਸ ਨੂੰ ਪੂਰਾ ਕਰ ਦੇਵੇ 8 ਇਲੈਕਟ੍ਰੋਨ। ਹੁਣ ਜਿਹੜਾ ਨੰਬਰ ਛੋਟਾ ਹੁੰਦਾ ਹੈ ਨਾ, ਉਹ ਕੰਮ ਕਰਨਾ ਸੌਖਾ ਹੈ। ਹੁਣ ਤੁਸੀਂ ਦੁਬਾਰਾ ਇਸ ਨੂੰ ਧਿਆਨ ਨਾਲ ਸੁਣੋ, 5 ਇਲੈਕਟ੍ਰੋਨ ਲੈਣਾ ਜਾਂ 3 ਇਲੈਕਟ੍ਰੋਨ ਦੇ ਦੇਣਾ। ਨੰਬਰ ਕਿਹੜਾ ਛੋਟਾ ਹੈ, 3, यानी 3 इलेक्ट्रॉन दे देना सौखा काम है। यानी एल्यूमीनियम कोशिश करेगा कि ये 3 इलेक्ट्रॉन दे देवे, यानी 3 इलेक्ट्रॉन ਉਹਦੇ ਵੈਲੈਂਸ ਇਲੈਕਟ੍ਰॉन ਹੈ। ਇਹ 3 ਇਲੈਕਟ੍ਰॉन ਉਹਦੇ ਵੈਲੈਂਸ ਇਲੈਕਟ੍ਰॉन ਹੈ। ਹੁਣ ਆਪਾਂ ਦੇਖੀਏ ਤਾਂ ਵੈਲੈਂਸ ਇਲੈਕਟ੍ਰॉन ਨੂੰ ਆਪਾਂ ਗ੍ਰੀਨ ਏਜ ਦਿਖਾਇਆ ਹੈ, ਇੱਥੇ ਮੈਂ ਲਿਖਿਆ ਵੈਲੈਂਸ ਇਲੈਕਟ੍ਰॉन ਗ੍ਰੀਨ ਕਲਰ ਦੇ ਵਿੱਚ, ਬਾਹਰ ਵਾਲੇ ਤਿੰਨੋਂ ਇਲੈਕਟ੍ਰॉन्स ਨੂੰ ਮੈਂ ਗ੍ਰੀਨ ਦੇ ਵਿੱਚ ਦਿਖਾਇਆ ਹੈ ਇੱਥੇ। ਓਕੇ, ਇਹ ਤਿੰਨੋਂ ਵੈਲੈਂਸ ਇਲੈਕਟ੍ਰॉन ਹੈ। यानी ਐਲੂਮੀਨੀਅਮ ਦੀ ਕੋਸ਼ਿਸ਼ ਰਹੇਗੀ ਕਿ ਜਦੋਂ ਮੌਕਾ ਮਿਲੇ ਕਿਸੇ ਹੋਰ ਐਲੀਮੈਂਟ ਨੂੰ ਇਹ ਤਿੰਨੋਂ ਆਪਣੇ ਜਿਹੜੇ ਹੈ ਕਿਸੇ ਵੀ ਹੋਰ ਐਲੀਮੈਂਟ ਦੇ ਐਟਮ ਨੂੰ ਇਹ ਤਿੰਨੋਂ ਇਲੈਕਟ੍ਰॉन ਦੇ ਦੇਵੇ ਤੇ ਖੁਦ ਸਟੇਬਲ ਹੋ ਜਾਵੇ। ਓਕੇ, ਹੁਣ ਆਪਾਂ ਨੇ ਵੈਲੈਂਸੀ ਨੂੰ ਕੈਲਕੂਲੇਟ ਕਿਵੇਂ ਕਰਨਾ ਹੈ। 3 ਤਾਂ ਆਪਾਂ ਨੂੰ ਸਮਝ ਆ ਗਿਆ, ਪਰ ਇੱਕ ਹੋਰ ਕਨਸੈਪਟ ਆਉਂਦਾ ਹੈ +3 ਜਾਂ -3। 3 ਇਲੈਕਟ੍ਰॉन ਦੇਣੇ ਹੈ ਮਤਲਬ ਵੈਲੈਂਸੀ ਤਾਂ 3 ਹੈ। ਜਿੰਨੇ ਇਲੈਕਟ੍ਰॉन ਲੈਣੇ ਹੈ ਉਹ ਜਾਂ ਜਿੰਨੇ ਇਲੈਕਟ੍ਰॉन ਦੇਣੇ ਹੈ ਉਹਦਾ ਮਤਲਬ ਹੁੰਦਾ ਵੈਲੈਂਸੀ। ਪਰ ਪਲੱਸ ਤੇ ਮਾਈਨਸ ਦੇ ਵਿੱਚ ਜਿਹੜਾ ਹੈ ਸਾਈਨ ਆਉਂਦਾ ਹੈ, ਉਸ ਤੇ ਆਪਾਂ ਹੁਣ ਡਿਸਕਸ਼ਨ ਕਰਦੇ ਹਾਂ। ਹੁਣ ਆਪਾਂ ਦੇਖਦੇ ਹਾਂ ओरिजिनल चार्ज ऑन एन एटम। एल्यूमीनियम ਦਾ एटॉमिक नंबर है 13, मतलब नंबर ऑफ प्रोटॉन हो गए 13। प्रोटॉन 13 मतलब पॉजिटिव चार्ज 13, मतलब कि पॉजिटिव चार्ज 13। इलेक्ट्रॉन कितने हैं 13, मतलब नेगेटिव चार्ज 13, मतलब नेगेटिव चार्ज 13। +13 -13 मैथमेटिक्स करो कितना आ गया 0, यानी ओवरऑल चार्ज ऑन एन ओरिजिनल एल्यूमीनियम एटम इज 0। ओके, ਹੁਣ ਆਪਾਂ ਦੇਖਦੇ ਹਾਂ ਜਦੋਂ
ਇਹ ਆਪਣੇ ਤਿੰਨੋਂ ਇਲੈਕਟ੍ਰॉन ਲੂਜ਼ ਕਰ ਦੇਗਾ, ਕਿਸੇ ਨੂੰ ਦੇ ਦੇਗਾ। यानी कि चार्ज ऑन एन एटम आफ्टर लूजिंग 3 वैलेंस इलैक्ट्रॉन्स। ओके, प्रोटोन तो देखो उन्हें तो उन्ने ही रहणगे, +13 न्यूक्लियस दे विच है, वो तो चेंज होने नहीं। प्रोटोन 13 मतलब चार्ज +13, इलैक्ट्रॉन पहले सी 13, 3 इन्हें गवाते, किन्ने रह गए 10। 10 इलैक्ट्रॉन का मतलब है चार्ज -10, इलैक्ट्रॉन से चार्ज माइनस होंदा यानी कि -10। ओवरऑल चार्ज मैथमेटिक्स करो कितना आ गया +3, वैलेंसी कितनी आ गई +3। सो इस तो अपन पता चलता है जदों कोई एलीमेंट इलैक्ट्रॉन नूं जिहड़ा है गवांदी है, जदों कोई एलीमेंट इलैक्ट्रॉन नूं गवा दिंदी है तो उस ते चार्ज प्लस होंदा है, क्योंकि प्रोटोन वध होंदे हैं तो चार्ज वध होंदा, यानी इलैक्ट्रॉन देना तो वैलेंसी प्लस। हुण आपां अगले एग्जांपल ते आंदे आ। इससे देखो क्लोरीन का एटॉमिक नंबर कितना है 17, नंबर ऑफ इलैक्ट्रॉन 17, प्रोटोन जिहड़े हैं 17। शैल कॉन्फिगरेशन 1s2 2s2 2p6 3s2 3p5 यानी कि 287। लास्ट शैल दे विच एम शैल दे विच किन्ने हैं 7, 3s2 ते 3p5 मिलके बन गए 7। ओके, हुण इहदे कोल दो ही तरीके हैं। एम शैल दे विच 8 इलैक्ट्रॉन पूरे करन लई जां तां इह 1 इलैक्ट्रॉन ले लवे जां फिर 7 इलैक्ट्रॉन दे देवे। 7 इलैक्ट्रॉन देना तो बड़ा औखा काम लग रहा है, पर 1 इलैक्ट्रॉन गेन करना सौखा काम लग रहा है। सो क्लोरीन कोशिश करेगा 1 इलैक्ट्रॉन ले लवे, यानी कि इलैक्ट्रॉन पहले सी 17 ते हुण 1 इलैक्ट्रॉन लैके किन्ने हो जाण 18। हुण जे थल्ले बॉक्स विच देखोगे वैलेंसी इज इक्वल टू -1, इलैक्ट्रॉन लेना है तो मतलब -1। इन्हूं आपां प्रूव भी करके देख लैंदे हां। ओरिजिनल चार्ज एटम दे किन्ना है, प्रोटोन किन्ने है 17, इलैक्ट्रॉन किन्ने है 17, यानी कि +17 -17, चार्ज किन्ना हो गया 0। हुण सज्जे पासे देखो, चार्ज ऑन एटम आफ्टर गेनिंग 1 इलैक्ट्रॉन, जदों क्लोरीन 1 इलैक्ट्रॉन ले लेगा स्टेबल होने लई 1 इलैक्ट्रॉन ले लेगा तो इलैक्ट्रॉन 17 की बजाय कितने हो जाएंगे 18। प्रोटोन तो नहीं रहे 17, इलैक्ट्रॉन हो गए 18, यानी प्लस चार्ज कितना है 17 +17 ना, माइनस चार्ज कितना है 18 यानी -18, +17 -18 कितना आ गया -1, वैलेंसी कितनी आ गई -1। ओके, सो इस तो अपन में क्लीयर हो गया कोई भी ਇਹੋ ਜਿਹੀ एलिमेंट जिन्हें इलैक्ट्रॉन देना है तो वही वैलेंसी प्लस होएगी, जिन्हें इलैक्ट्रॉन लेना है मतलब उससे नेगेटिव चार्ज वध रहा है मतलब वही वैलेंसी नेगेटिव होएगी। ओके, हुण आपां एक होर एग्जाम्पल लैंदे हाँ। एग्जाम्पल ले लैंदे आपां कैल्शियम का। कैल्शियम दे विच आ गया 1s2 2s2 2p6 3s2 3p6 4s2। ओके, 4s2 ਇਹਦਾ ਲਾਸਟ ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਧਿਆਨ ਨਾਲ ਐਨ ਸ਼ੈਲ ਦੇ ਵਿੱਚ ਗਲਤੀ ਨਾਲ ਇੱਥੇ 1 इलैक्ट्रॉन लिखा गया है, सॉरी ये अगे एक एरर मैसेज आ रहा है, इन्हों इग्नोर कर देना, पर ये तुम देख रहे हो तो एन शैल 1 इलैक्ट्रॉन, इन्हों 2 इलैक्ट्रॉन कर लेना प्लीज़। ओके, 2 इलैक्ट्रॉन्स होंगे इतने। सो कॉन्फिगरेशन हो गई 1s2 2s2 2p6 3s2 3p6 4s2। ओके, यानी कि पहले शैल दे विच के शैल दे विच 2, एल शैल दे विच 8, एम शैल दे विच 8 ते एन शैल दे विच 2 इलैक्ट्रॉन्स। आउटर मोस्ट शैल किहड़ा हो गया एन शैल, इलैक्ट्रॉन्स कितने हो गए 2 इलैक्ट्रॉन्स। एन शैल दे विच जिहड़ा है 2 इलैक्ट्रॉन्स मतलब कि वैलेंस इलैक्ट्रॉन कितने हो गए 2। ऑक्टेट रूल के अकॉर्डिंग एक कोशिश करता है कि 8 इलैक्ट्रॉन हो जान, पर ਇਹਦਾ थोड़ा जिहा फंडा डिफरेंट है, आप आने वाले ਜਿਹੜੇ एलिमेंट्स ਦੇ ਵਿੱਚ क्लीयर करांगे, पर ਇਹ ਤਾਂ सर्टेन है कि ये 2 नंबर बहुत छोटा है, कोशिश करेगा कि 2 इलैक्ट्रॉन्स मैं लूज कर दें। ओके, सो आउटर मोस्ट शैल ਦੇ 2 इलैक्ट्रॉन, ਇਹਦੀ एटॉमिक स्ट्रक्चर ਦੇ ਵਿੱਚ ਵੀ ਇੱਥੇ ਇੱਕ ਹੋਰ ਇਲੈਕਟ੍ਰॉन ਆਉਣਾ ਚਾਹੀਦਾ ਹੈ ਆउटर मोस्ट शैल ਦੇ ਵਿੱਚ। ਸੋ ਇੱਥੇ ਵੀ ਇੱਕ ਥੋੜਾ ਜਿਹਾ ਮਿਸਟੇਕ ਹੈ, ਇਸ ਨੂੰ ਪਲੀਜ਼ ਕਰੈਕਟ ਕਰ ਲੈਣਾ। ਆउटर मोस्ट शैल ਦੇ ਵਿੱਚ ਇੱਕ ਇਲੈਕਟ੍ਰॉन ਬਣਾਇਆ ਹੈ, ਇੱਥੇ ਇੱਕ ਹੋਰ ਇਲੈਕਟ੍ਰॉन ਬਣਾ ਲੈਣਾ। ਸੋ ਇਸ ਇਲੈਕਟ੍रॉन आउटर मोस्ट शैल ਦੇ दोनों इलैक्ट्रॉन मिलकर बनाते हैं वैलेंस इलैक्ट्रॉन्स। की बनाते हैं वैलेंस इलैक्ट्रॉन। सो ये कोशिश करेगा कि मैं अपने बाहर वाले दोनों इलैक्ट्रॉन्स को लूज कर दें। हुण ओरिजिनल चार्ज ऑफ एटम कितना है, एटॉमिक नंबर 20, पॉजिटिव चार्ज 20, नैगेटिव चार्ज 20, कितना आ गया ओवरऑल चार्ज 0। जो 2 इलैक्ट्रॉन लूज कर देगा प्रोटोन तो उन्हें दोने रहेंगे यानी कि +20, इलैक्ट्रॉन 2 घट गए यानी कि 20 की थां ते कितने रह गए 18, चार्ज कितना रह गया -18। सो +20 -18 कितना आ गया +2। ओके, सो वैलेंसी ऑफ अ कैल्शियम एटम इज +2, यानी कि प्लस मतलब कितने इलैक्ट्रॉन गेन करने हैं, माइनस मतलब कितने इलैक्ट्रॉन देने हैं। सो इस चीज़ को हमेशा याद रखना। ओके, हुण इत्थे मैं कुछ तुहाडे लई वैलेंसीज लिखियां हैं, एक कल मैं तुहानूं चार्ट शेयर भी किया सी।
ਸੋ ਐਲੀਮੈਂਟਸ ਹੈ ਉਹਨਾਂ ਦੀ ਅੱਗੇ ਐਟੋਮਿਕ ਕਨਫੀਗਰੇਸ਼ਨ ਹੈ 1s 2s 2p 3s 3p 3d 4s ਇਹ ਸਾਰੀ ਮੈਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੁਹਾਡੇ ਨਾਲ ਕੱਲ ਸ਼ੇਅਰ ਕੀਤੀ ਹੈ ਓਕੇ ਤੇ ਇਹਦੇ ਅੱਗੇ ਜਿਹੜੀ ਹੈ ਮੈਂ ਵੈਲੈਂਸੀਜ਼ ਲਿਖੀਆਂ ਹੈ ਇਹਦੇ ਅੱਗੇ ਕੁਝ ਇਹ ਵੈਲੈਂਸੀਜ਼ ਨੂੰ ਤੁਸੀਂ ਆਪ ਕੱਢ ਕੇ ਦੇਖਣਾ ਕਿ ਤੁਸੀਂ ਇਹ ਵੈਲੈਂਸੀਜ਼ ਨੂੰ ਕੱਢ ਪਾ ਰਹੇ ਹੋ ਹੀ ਮੈਂ ਓਕੇ ਪਲੱਸ ਇਹਦੇ ਵਿੱਚ ਤੁਸੀਂ ਜੇ ਲਾਸਟ ਦੇਖੋਗੇ ਤਾਂ ਵੈਲੈਂਸੀ ਆਖਰੀ ਕਾਲਮ ਦੇ ਵਿੱਚ ਇਸ ਜਗ੍ਹਾ ਤੇ ਜਿਹੜਾ ਹੈ ਇਸ ਜਗ੍ਹਾ ਤੇ ਦੇਖਣਾ ਸੌਰੀ ਅੱਗੇ ਐਰਰ ਮੈਸੇਜ ਆ ਰਿਹਾ ਹੈ ਪਰ ਇਸ ਨੂੰ ਤੁਸੀਂ ਇਗਨੋਰ ਕਰੋ ਇਸ ਜਗ੍ਹਾ ਤੇ ਦੇਖੋਗੇ ਤਾਂ ਕੁਝ ਐਲੀਮੈਂਟਸ ਨੇ ਮੈਂ ਰੈੱਡ ਤੇ ਗ੍ਰੀਨ ਦੇ ਵਿੱਚ ਵੀ ਸ਼ੋ ਕੀਤੇ ਹਨ ਇਹ ਇੱਕ ਤੋਂ ਵੱਧ ਵੈਲੈਂਸੀਜ਼ ਦਿਖਾਉਂਦੇ ਹਨ ਇਹ ਕਿਵੇਂ ਦਿਖਾਉਂਦੇ ਹਨ ਤੇ ਕੀ ਹੁੰਦਾ ਹੈ ਇਸ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਓਕੇ ਫਿਊਚਰ ਲੈਕਚਰਸ ਵਿੱਚ ਸੋ ਫਿਲਹਾਲ ਤੁਸੀਂ ਜਿਹੜਾ ਹੈ ਇਹਨਾਂ ਦੀ ਵੈਲੈਂਸੀਜ਼ ਜਿੰਨੀਆਂ ਲਿਖੀਆਂ ਹੈ ਇਹਨਾਂ ਨੂੰ ਇੱਕ ਵਾਰ ਟਰਾਈ ਕਰਕੇ ਦੇਖੋ ਕਿ ਤੁਹਾਡੀਆਂ ਵੈਲੈਂਸੀਜ਼ ਨਿਕਲਦੀਆਂ ਹੈ ਪਲੱਸ ਇਹਨਾਂ ਵੈਲੈਂਸੀਜ਼ ਦੇ ਅੱਗੇ ਮੈਂ ਪੋਜ਼ਿਟਿਵ ਜਾਂ ਨੈਗੇਟਿਵ ਕੁਝ ਸ਼ੋ ਨਹੀਂ ਕੀਤਾ ਹੈ ਕੁਝ ਮੈਂਸ਼ਨ ਨਹੀਂ ਕੀਤਾ ਹੈ ਤਾਂ ਤੁਸੀਂ ਦੇਖਣਾ ਹੈ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਇਹਨਾਂ ਦੇ ਅੱਗੇ ਪੋਜ਼ਿਟਿਵ ਜਾਂ ਨੈਗੇਟਿਵ ਲਗਾਓ ਜੋ ਵੀ ਵੈਲੈਂਸੀ ਹੈ ਠੀਕ ਹੈ ਜਿਹੜੀ ਯੈਲੋ ਦੇ ਵਿੱਚ ਵੈਲੈਂਸੀਜ਼ ਹੈ ਉਹ ਤਾਂ ਐਸਾ ਚਾਹੀਦੀਆਂ ਹੀ ਹੈ ਜਿਹੜੀਆਂ ਰੈੱਡ ਜਾਂ ਗ੍ਰੀਨ ਦੇ ਵਿੱਚ ਜਿਹੜੀਆਂ ਮੈਂ ਲਾਸਟ ਵਿੱਚ ਦਿਖਾਈਆਂ ਹੈ ਉਹਨਾਂ ਨੂੰ ਤੁਸੀਂ ਅਜੇ ਫਿਲਹਾਲ ਥੋੜਾ ਬਹੁਤ ਯਾਦ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹੋ ਪਰ ਉਸ ਨੂੰ ਸਮਝਾਵਾਂਗੇ ਆਪਾਂ ਜਿੰਨਾ ਇੱਕ ਲੋਡ ਹੈ 10th ਲੈਵਲ ਦੇ ਅਕੋਰਡਿੰਗ ਉਨਾ ਹੀ ਤੁਹਾਨੂੰ ਕਲੀਅਰ ਕਰਾਂਗੇ ਫਿਊਚਰ ਲੈਕਚਰਸ ਦੇ ਵਿੱਚ ਜਿਵੇਂ ਜਿਵੇਂ ਆਉਂਦੀਆਂ ਜਾਣਗੀਆਂ ਐਲੀਮੈਂਟਸ ਤੁਹਾਨੂੰ ਕਲੀਅਰ ਹੁੰਦਾ ਜਾਏਗਾ ਓਕੇ ਸੋ ਇਹਨਾਂ ਨੂੰ ਤੁਸੀਂ ਟਰਾਈ ਕਰਕੇ ਦੇਖੋ ਵੈਲੈਂਸੀ ਕੱਢਣ ਦੀ ਇਹਨਾਂ ਐਲੀਮੈਂਟਸ ਦੀ ਤੇ ਪਲੱਸ ਵਿੱਚ ਹੈ ਜਾਂ ਮਾਈਨਸ ਵਿੱਚ ਹੈ ਇਹਨਾਂ ਦੀ ਵੈਲੈਂਸੀ ਓਕੇ ਸੋ ਦੈਟ ਇਜ਼ ਯੋਰ ਟੂਡੇਜ਼ ਹੋਮਵਰਕ ਪਲੱਸ ਜੇ ਕਿਸੇ ਦਾ ਅਜੇ ਤੱਕ ਲਾਸਟ ਐਟੋਮਿਕ ਸਟਰਕਚਰ ਪਹਿਲੇ 30 ਐਲੀਮੈਂਟਸ ਤੇ ਉਹਨਾਂ ਦੀ ਸ਼ੈਲ ਕਨਫੀਗਰੇਸ਼ਨ ਪੂਰੀ ਨਹੀਂ ਹੋਈ ਹੈ ਤਾਂ ਉਸ ਵਰਕ ਨੂੰ ਵੀ ਆਪਣਾ ਕੰਪਲੀਟ ਕਰੋ ਐਂਡ ਸੰਡੇ ਤੱਕ ਜਿਹੜਾ ਹੈ ਆਪਣਾ ਇਹ ਵਰਕ ਕੰਪਲੀਟ ਕਰੋ ਤੁਹਾਨੂੰ ਜਿਹੜਾ ਇਹਦੀ ਆਨਸਰ ਕੀ ਜਿਹੜਾ ਹੈ ਮੰਡੇ ਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਕਰਨਾ ਹੈ ਕਿਉਂਕਿ ਇਹ ਤੁਹਾਡਾ ਜਿਹੜਾ ਹੈ ਬਿਲਕੁਲ ਬੇਸਿਕ ਕੰਮ ਚੱਲ ਰਿਹਾ ਹੈ ਜਿਸ ਨੂੰ ਇਹ ਕਨਸੈਪਟ ਕਲੀਅਰ ਹੋ ਗਏ ਕੈਮਿਸਟਰੀ ਨਾ ਸਿਰਫ 10th ਕਲਾਸ ਦੀ ਤੁਹਾਨੂੰ ਅੱਗੇ ਤੱਕ ਤੁਸੀਂ MSc ਤੱਕ ਵੀ ਪੜੋਗੇ ਤੁਹਾਨੂੰ ਬੇਸ ਕਲੀਅਰ ਹੋ ਜਾਏਗਾ ਯਾਨੀ ਅਗਲੇ ਆਉਣ ਵਾਲੇ ਤੁਹਾਡੇ ਮੈਂ 6-7 ਸਾਲ ਦੀ ਗੱਲ ਕਰ ਰਿਹਾ ਜੇ ਸਿਰਫ ਇਹ ਬੇਸਿਕ ਕਨਸੈਪਟ ਤੁਸੀਂ ਕਲੀਅਰ ਕਰਕੇ ਚਲੋਗੇ ਹੁਣੇ ਤੋਂ ਤਾਂ ਇਹ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਹੋ ਜਾਏਗਾ ਪਰ ਆਪਾਂ ਡਿਟੇਲ ਵਿੱਚ ਉਨਾ ਹੀ ਜਾਵਾਂਗੇ ਜਿੰਨਾ 10th ਲੈਵਲ ਤੱਕ ਰਿਕੁਆਇਰਡ ਹੈ ਜੇ ਫਿਲਹਾਲ ਥੋੜਾ ਜਿਹਾ ਉਸ ਤੋਂ ਐਕਸਟਰਾ ਜਾਵਾਂਗੇ ਓਕੇ ਸੋ ਥੈਂਕ ਯੂ ਸੋ ਮਚ ਐਂਡ ਆਲ ਦ ਬੈਸਟ